ਇਸੇ ਲਈ ਜਹਾਂਗੀਰ ਨੇ ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਕੋਲ ਬੁਲਾਇਆ ਹੈ। ਮਹਾਰਾਜ ਜੀ ਵੀ ਚਾਹੁੰਦੇ ਹਨ ਕਿ ਮੈਂ ਜਹਾਂਗੀਰ ਨੂੰ ਜਾ ਕੇ ਸਮਝਾਵਾਂ ਕਿ ਜਿਹੜਾ ਬਾਦਸ਼ਾਹ ਹੈ ਉਹਦਾ ਅੱਗੇ ਫਰਜ਼ ਬਣਦਾ ਹੈ ਕਿ ਆਪਣੀ ਪ੍ਰਜਾ ਨੂੰ ਸੁੱਖ ਦੇਣਾ, ਪਰ ਪ੍ਰਜਾ ਉੱਪਰ ਜ਼ੁਲਮ ਕਰਨਾ ਇਹ ਬਾਦਸ਼ਾਹ ਦਾ ਕੰਮ ਨਹੀਂ ਹੈ। ਸਤਿਗੁਰੂ ਨੇ ਫੈਸਲਾ ਕੀਤਾ ਸੀ ਦਿੱਲੀ ਜਾਵਾਂਗੇ, ਤੇ ਸਤ ਸੰਗਤ ਮਾਤਾ ਗੰਗਾ ਜੀ ਹੋਰ ਗੁਰਸਿੱਖ ਪਹਿਲਾਂ ਤਾਂ ਮਹਿਸੂਸ ਕਰਦੇ ਨੇ ਵੀ ਸਤਿਗੁਰੂ ਕਿਉਂ ਜਾਣ ਲੱਗੇ ਨੇ, ਪਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਫੈਸਲਾ ਸੁਣਾਇਆ ਕਿ ਮੈਂ ਜਾਣਾ ਹੈ, ਉੱਥੇ ਜਾ ਕੇ ਬਾਦਸ਼ਾਹ ਨੂੰ ਮਿਲਣਾ ਹੈ, ਉਹਦੇ ਨਾਲ ਵਿਚਾਰ ਚਰਚਾ ਕਰਨੀ ਹੈ। ਦਿੱਲੀ ਸਤਿਗੁਰੂ ਪਹੁੰਚੇ ਹਨ। ਚਮਣਾ ਦੇ ਕਿਨਾਰੇ ਮਜਨੂ ਢਿੱਲਾ ਗੁਰਦੁਆਰਾ ਸਾਹਿਬ ਹੈ, ਉੱਥੇ ਸਤਿਗੁਰੂ ਜੀ ਨੇ ਚਰਨ ਪਾਏ। ਦਿੱਲੀ ਦੀਆਂ ਸੰਗਤਾਂ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਈਆਂ। ਜਹਾਂਗੀਰ ਬਾਦਸ਼ਾਹ ਨੇ ਮਹਾਰਾਜ ਨੂੰ ਆਪਣੇ ਮਹਿਲਾਂ ਵਿੱਚ ਬੁਲਾਇਆ ਤੇ ਸਤਿਗੁਰੂ ਜੀ ਦਾ ਬੜਾ ਸਤਿਕਾਰ ਕੀਤਾ ਇਹਨੇ, ਪਰ ਵਿੱਚੋਂ ਤਾਂ ਭਾਵਨਾ ਕੁਝ ਹੋਰ ਹੈ, ਪਰ ਬਾਹਰੋਂ ਇਸਨੇ ਬਹੁਤ ਸਤਿਕਾਰ ਕੀਤਾ ਸਤਿਗੁਰੂ ਦਾ। ਇਤਨਾ ਪ੍ਰੇਮ ਸਤਿਗੁਰੂ ਨਾਲ ਕਰਦਾ ਹੈ ਕਿ ਗੁਰੂ ਦਾ ਮੁਕਾਬਲਾ ਕੀਤਾ, ਉਹਨੂੰ ਰੋਕਿਆ ਤੇ ਤਲਵਾਰ ਦੇ ਨਾਲ ਜਿੱਥੇ ਸਤਿਗੁਰੂ ਨੇ ਉਸ ਸ਼ੇਰ ਉੱਪਰ ਵਾਰ ਕੀਤੇ, ਉਹਦੇ ਟੁਕੜੇ ਕਰਕੇ ਰੱਖ ਦਿੱਤੇ। ਉਸ ਸਮੇਂ ਜਹਾਂਗੀਰ ਜਿਹੜਾ ਕਿ ਸਤਿਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਦਾ ਹੈ, ਕਹਿੰਦਾ ਸੱਚੇ ਪਾਤਸ਼ਾਹ ਜੇ ਆਪ ਜੀ ਨਾ ਹੁੰਦੇ ਇਸ ਸ਼ੇਰ ਭਿਆਨਕ ਨੇ ਮੈਨੂੰ ਖਤਮ ਕਰ ਦੇਣਾ ਸੀ, ਮਾਰ ਦੇਣਾ ਸੀ। ਹੁਣ ਜਹਾਂਗੀਰ ਜਿਹੜਾ ਹੈ ਇਹ ਵੀ ਸੋਚਦਾ ਹੈ ਕਿ ਮੈਨੂੰ ਕਦੋਂ ਸਮਾਂ ਮਿਲੇ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਆਪਣੀ ਕੈਦ ਵਿੱਚ ਕਰ ਲਵਾਂ। ਆਗਰੇ ਦੇ ਬੀਆਬਾਨ ਜੰਗਲਾਂ ਵਿੱਚ ਸਤਿਗੁਰੂ ਜੀ ਦੇ ਨਾਲ ਜਾਂਦਾ ਹੈ। ਉੱਥੇ ਇੱਕ ਤੰਬੂ ਜਿਹੜਾ ਹੈ ਜਹਾਂਗੀਰ ਬਾਦਸ਼ਾਹ ਦਾ, ਇੱਕ ਤੰਬੂ ਜਿਹੜਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਹੈ। ਇੱਥੇ ਇੱਕ ਗੁਰਸਿੱਖ ਜਿਹੜਾ ਹੈ ਜਿਹਨੂੰ ਪਤਾ ਲੱਗਿਆ ਸਤਿਗੁਰੂ ਆਗਰੇ ਦੀ ਧਰਤੀ ਤੇ ਆਏ ਹਨ, ਮਹਾਰਾਜ ਵਾਸਤੇ ਇੱਕ ਟਕਾ ਤੇ ਘੋੜਿਆਂ ਵਾਸਤੇ ਘਾਹ ਦੀ ਪੰਡ ਲੈ ਕੇ ਜਾਂਦਾ ਹੈ। ਜਹਾਂਗੀਰ ਦੇ ਤੰਬੂ ਵੀ ਚਲਾ ਗਿਆ ਇਹ ਗੁਰਸਿੱਖ, ਹੱਥ ਜੋੜ ਕੇ ਆਖਦਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਵਿੱਚ ਆਇਆ ਹਾਂ, ਇਹ ਮੇਰਾ ਟਕਾ ਜਿਹੜਾ ਹੈ ਪ੍ਰਵਾਨ ਕਰਿਓ, ਇਹ ਘਾਹ ਦੀ ਪੰਡ ਮੈਂ ਤੁਹਾਡੇ ਘੋੜੇ ਵਾਸਤੇ ਲੈ ਕੇ ਆਇਆ ਹਾਂ, ਪਰ ਕਿਰਪਾ ਕਰਿਓ ਮੇਰਾ ਜੰਮਨ ਮਰਦਾ ਗੇੜ ਕੱਟ ਦਿਓ। ਉਸ ਸਮੇਂ ਜਹਾਂਗੀਰ ਇਸ ਸਿੱਖ ਨੂੰ ਕਹਿੰਦਾ ਹੈ, ਕਹਿੰਦਾ ਮੈਂ ਦੁਨੀਆ ਦਾ ਬਾਦਸ਼ਾਹ ਹਾਂ, ਜੋ ਤੂੰ ਮੰਗਣਾ ਮੰਗ ਲੈ, ਪਰ ਮੈਂ ਤੇਰਾ ਜੰਮਨ ਮਰਨ ਦਾ ਗੇੜ ਨਹੀਂ ਕੱਟ ਸਕਦਾ। ਇਸ ਸਿੱਖ ਨੇ ਜਹਾਂਗੀਰ ਦੇ ਅੱਗੋਂ ਟਕਾ ਵੀ ਚੱਕ ਲਿਆ, ਘਾਹ ਦੀ ਪੰਡ ਵੀ ਚੱਕ ਲਈ। ਜਹਾਂਗੀਰ ਕਹਿੰਦਾ ਤੈਨੂੰ ਪਤਾ ਹੈ ਬਾਦਸ਼ਾਹ ਦੇ ਅੱਗੋਂ ਟਕਾ ਚੱਕਣਾ ਕਿੰਨਾ ਵੱਡਾ ਘੋਰ ਪਾਪ ਹੈ, ਪਰ ਨਿਧੜਕ ਉਹ ਗੁਰਸਿੱਖ ਜਿਹੜਾ ਹੈ ਉਹਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ। ਦੂਸਰੇ ਤੰਬੂ ਵਿੱਚ ਗਿਆ, ਪਿੱਛੇ ਪਿੱਛੇ ਜਹਾਂਗੀਰ ਵੀ ਜਾਂਦਾ ਹੈ। ਉਹਨਾਂ ਜਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਆਪਣੀ ਭੇਟਾ ਅਰਪਣ ਕੀਤੀ। ਕਹਿਣ ਲੱਗਾ ਮਹਾਰਾਜ ਮੇਰੇ ਕੋਲ ਹੋ ਗਈ ਭੁੱਲ ਗਲਤੀ, ਮੈਂ ਗਲਤੀ ਦੇ ਨਾਲ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ, ਝੂਠੇ ਬਾਦਸ਼ਾਹ ਦੇ ਕੋਲ, ਮੈਨੂੰ ਮਾਫ ਕਰਨਾ, ਮੈਂ ਤੁਹਾਡੇ ਚਰਨਾਂ ਵਿੱਚ ਆਇਆ ਹਾਂ, ਆ ਮੇਰੀ ਤੁੱਛੀ ਭੇਟਾ ਪ੍ਰਵਾਨ ਕਰਨ, ਮੇਰਾ ਜੰਮਨ ਮਰਨ ਦਾ ਗੇੜ ਕੱਢਿਓ। ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਮਹਾਰਾਜ ਇਸ ਗੁਰਸਿੱਖ ਨੂੰ ਆਪਣੀ ਗਲ ਵਕੜੀ ਵਿੱਚ ਲੈ ਲੈਂਦੇ ਹਨ ਤੇ ਕਹਿੰਦੇ ਜਾ ਗੁਰਸਿੱਖਾ ਗੁਰੂ ਗੁਰੂ ਜਪਿਆ ਕਰ, ਆਪਣੀ ਕਿਰਤ ਵਿਰਤ ਵੀ ਕਰ, ਤੇਰਾ ਜੰਮਨ ਮਰਨ ਦਾ ਗੇੜ ਜਿਹੜਾ ਹੈ ਕੱਟਿਆ ਗਿਆ। ਬਾਦਸ਼ਾਹ ਜਹਾਂਗੀਰ ਜਿਹੜਾ ਹੈ ਇਹ ਸਾਰਾ ਕੁਝ ਵੇਖ ਕੇ ਬੜਾ ਹੈਰਾਨ ਹੋਇਆ। ਇਸੇ ਲਈ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸੱਚਾ ਪਾਤਸ਼ਾਹ ਆਖਿਆ ਜਾਂਦਾ ਹੈ। ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਸੀ ਨਾ, ਤੇ ਭਾਈ ਸਾਹਿਬ ਕਹਿਣਗੇ ਪਾਤਸ਼ਾਹ ਪਾਤਸ਼ਾਹ ਅਡੋਲਾ ਦੀਨ ਦੁਨੀ ਦਾ ਪਾਤਸ਼ਾਹ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਦੀਨ ਦੁਨੀਆ ਦੇ ਪਾਤਸ਼ਾਹ ਹਨ। ਆਗਰੇ ਤੋਂ ਫਿਰ ਸਤਿਗੁਰੂ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਲਿਆ ਜਾਂਦਾ, ਉੱਥੇ ਜਾ ਕੇ ਸਤਿਗੁਰੂ ਜੀ ਨੂੰ ਕੈਦ ਕਰ ਦਿੱਤਾ ਜਾਂਦਾ ਹੈ।
ਹੁਣ ਸਿੱਖ ਸੰਗਤਾਂ ਜਿਹੜੀਆਂ ਹਨ ਸਤਿਗੁਰ ਦੇ ਦਰਸ਼ਨ ਕਰਨ ਵਾਸਤੇ ਜਾਂਦੀਆਂ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਉਸ ਸਮੇਂ ਚੌਂਕੀਆਂ ਆਰੰਭ ਕੀਤੀਆਂ, ਜੋ ਅੱਜ ਵੀ ਦਰਬਾਰ ਸਾਹਿਬ ਤੁਸੀਂ ਦਰਸ਼ਨ ਕਰਨ ਜਾਂਦੇ ਹੋ। ਜਦੋਂ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਜਦੋਂ ਦਰਬਾਰ ਸਾਹਿਬ ਆਉਂਦੀ ਹੈ ਨਾ, ਤੇ ਕੀਰਤਨ ਦੀ ਉੱਥੇ ਸਮਾਪਤੀ ਹੋ ਜਾਂਦੀ ਹੈ, ਤੇ ਸਤ ਸੰਗਤ ਉਹਦਾ ਸਤਿਕਾਰ ਕੀਤਾ ਜਾਂਦਾ, ਕਿਉਂਕਿ ਸੰਗਤਾਂ ਜਿਹੜੀਆਂ ਸ਼ਬਦ ਪੜ੍ਹਦਿਆਂ ਹੋਇਆਂ ਦਰਬਾਰ ਸਾਹਿਬ ਕੀਰਤਨ ਦੀ ਚੌਂਕੀ ਭਰਦਿਆਂ ਹੋਇਆਂ ਦਰਬਾਰ ਸਾਹਿਬ ਨਮਸਕਾਰ ਕਰਨ ਵਾਸਤੇ ਸੰਗਤਾਂ ਜਾਂਦੀਆਂ ਹਨ। ਇਹ ਚੌਂਕੀਆਂ ਬਾਬਾ ਬੁੱਢਾ ਸਾਹਿਬ ਜੀ ਨੇ ਸ਼ੁਰੂ ਕੀਤੀਆਂ। ਸੰਗਤਾਂ ਦੇ ਕਾਫਲੇ ਜਿਹੜੇ ਨੇ ਗਵਾਲੀਅਰ ਪਹੁੰਚਣ ਲੱਗੇ। ਸਤਿਗੁਰ ਦੇ ਦਰਸ਼ਨ ਤਾਂ ਨਹੀਂ ਕਰ ਸਕਦੀਆਂ ਸੰਗਤਾਂ, ਪਰ ਬਾਹਰੋਂ ਹੀ ਕਿਲੇ ਦੀ ਪਕਰਮਾ ਕਰਕੇ ਉਸ ਕਿਲੇ ਨੂੰ ਸਜਦਾ ਕਰਕੇ ਸੰਗਤਾਂ ਜਿਹੜੀਆਂ ਨੇ ਵਾਪਸ ਆ ਜਾਂਦੀਆਂ ਹਨ। ਚੰਦੂ ਪਾਪੀ ਵਰਗੇ, ਹਰੀਦਾਸ ਦਰੋਗੇ ਵਰਗੇ ਨੂੰ ਲਾਲਚ ਦਿੰਦੇ ਹਨ, ਕਿਸੇ ਨਾ ਕਿਸੇ ਤਰੀਕੇ ਸਤਿਗੁਰੂ ਜੀ ਨੂੰ ਜਿੱਥੇ ਕੈਦ ਕੀਤਾ ਗਿਆ ਹੈ ਉਹਨਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਦਰੋਗੇ ਨੂੰ ਆਖਿਆ ਗਿਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਉਹਨਾਂ ਦੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਜਾਏ, ਪਰ ਸਤ ਸੰਗਤ ਇਹ ਹਰੀਦਾਸ ਦਰੋਗਾ ਜਿਹੜਾ ਹੈਗਾ ਸਤਿਗੁਰੂ ਦੇ ਦਰਸ਼ਨ ਕਰਕੇ ਸਤਿਗੁਰੂ ਦਾ ਸਿੱਖ ਬਣ ਚੁੱਕਾ ਸੀ। ਇਹਨਾਂ ਮਹਾਰਾਜ ਨੂੰ ਦੱਸ ਦਿੱਤਾ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ, ਉਹ ਕਹਿੰਦੇ ਕਿ ਚੋਲਾ ਜਿਹੜਾ ਹੈ ਜਿਹਦੇ ਨਾਲ ਐਸੀ ਭਿਆਨਕ ਜ਼ਹਿਰ ਲਗਾ ਦਿੱਤੀ ਗਈ ਹੈ, ਹਰੀਦਾਸ ਦਰੋਗੇ ਨੂੰ ਦਿੱਤਾ ਗਿਆ ਵੀ ਇਹ ਜਿਹੜਾ ਚੋਲਾ ਹੈ ਇਹ ਸਤਿਗੁਰੂ ਨੂੰ ਦਿੱਤਾ ਜਾਏ, ਸਤਿਗੁਰੂ ਜੀ ਪਹਿਨਣਗੇ, ਉਹਨਾਂ ਨੂੰ ਜ਼ਹਿਰ ਚੜ੍ਹ ਜਾਏਗੀ, ਉਹਨਾਂ ਦੀ ਮੌਤ ਹੋ ਜਾਏਗੀ। ਚੰਦੂ ਦਾ ਪੁੱਤਰ ਕਰਮਚੰਦ ਜਿਹੜਾ ਹੈ ਇਹ ਚੋਲਾ ਲੈ ਕੇ ਜਾਂਦਾ ਹੈ, ਪਰ ਹਰੀਦਾਸ ਦਰੋਗਾ ਜਿਹੜਾ ਹੈ ਸਤ ਸੰਗਤ ਉਹ ਸਾਰਾ ਕੁਝ ਜਾਣਦਾ ਹੈ। ਉਹਨੇ ਸਤਿਗੁਰੂ ਨੂੰ ਦੱਸ ਦਿੱਤਾ ਤੇ ਚੋਲਾ ਸਤਿਗੁਰੂ ਨੂੰ ਨਹੀਂ ਦਿੱਤਾ। 2 ਸਾਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਕੈਦ ਰਹੇ। ਉਧਰ ਜਹਾਂਗੀਰ ਨੂੰ ਬੜੀ ਭਿਆਨਕ ਬਿਮਾਰੀ ਲੱਗ ਗਈ, ਬੜੇ ਪੀਰਾਂ ਫਕੀਰਾਂ ਕੋਲ ਗਿਆ। ਇਹਦੀ ਘਰਵਾਲੀ ਨੂਰਜਾ ਜਿਹੜੀ ਹੈ, ਜੋ ਸਾਈਂ ਮੀਆਂ ਮੀਰ ਦੀ ਬੜੀ ਸ਼ਰਧਾਲੂ ਸੀ, ਇਹਨੇ ਵੀ ਬੜੀ ਸ਼ਰਧਾ ਭਾਵਨਾ ਨਾਲ ਇਹ ਗੱਲ ਆਖੀ ਸਾਈਂ ਮੀਆਂ ਮੀਰ ਨੂੰ ਕੋਈ ਇਹੋ ਜਿਹਾ ਉਪਰਾਲਾ ਕੀਤਾ ਜਾਏ ਕਿ ਸਤਿਗੁਰੂ ਮਹਾਰਾਜ ਜੀ ਨੂੰ ਉਸ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਨਾ ਚਾਹੀਦਾ ਹੈ। ਤੇ ਜਦੋਂ ਜਹਾਂਗੀਰ ਨੂੰ ਭਿਆਨਕ ਬਿਮਾਰੀ ਲੱਗ ਗਈ, ਇਹਦਾ ਕਿਤੋਂ ਇਲਾਜ ਨਾ ਹੋਇਆ, ਇਹ ਸਿਆਣਿਆਂ ਦੇ ਕੋਲ ਗਿਆ ਤੇ ਫਿਰ ਸਾਰਿਆਂ ਨੇ ਇਹ ਗੱਲ ਆਖੀ ਕਿ ਜਿਹੜਾ ਤੂੰ ਜ਼ੁਲਮ ਕਰ ਰਿਹਾ ਹੈ, ਸਤਿਗੁਰੂ ਨੂੰ ਕੈਦ ਕੀਤਾ ਹੈ, ਉਹਨਾਂ ਨੂੰ ਤੂੰ ਕੈਦ ਤੋਂ ਬਾਹਰ ਕੱਢ ਦੇ ਤੇ ਤੂੰ ਠੀਕ ਹੋ ਜਾਏਗਾ। ਉਸ ਸਮੇਂ ਜਹਾਂਗੀਰ ਜਿਹੜਾ ਹੈ ਸਤਿਗੁਰੂ ਨੂੰ ਰਿਹਾ ਕਰਦਾ ਹੈ, ਤੇ ਮਹਾਰਾਜ ਜੀ ਨੇ ਆਖਿਆ ਵੀ ਮੈਂ ਕੱਲਿਆਂ ਰਿਹਾ ਨਹੀਂ ਹੋਣਾ, ਜਿਹੜੇ ਅੰਦਰ ਕੈਦੀ ਹਨ ਉਹਨਾਂ ਨੂੰ ਵੀ ਸਤਿਗੁਰੂ ਰਿਹਾ ਕਰਦੇ ਹਨ। 52 ਕਲੀਆਂ ਵਾਲਾ ਚੋਲਾ ਸਤਿਗੁਰੂ ਨੇ ਪਹਿਨਿਆ। 103 ਪਹਾੜੀ ਰਾਜੇ ਜਿਹੜੇ ਨੇ ਉਹ ਸਤਿਗੁਰੂ ਦੇ ਨਾਲ ਰਿਹਾ ਹੋਏ। ਹਰੀਦਾਸ ਦਰੋਗਾ ਸਤਿਗੁਰੂ ਨੂੰ ਆਪਣੇ ਘਰ ਲੈ ਕੇ ਗਿਆ, ਉਹਨੇ ਦੀਪਮਾਲਾ ਕੀਤੀ, ਸਾਰੇ ਪਾਸੇ ਖੁਸ਼ੀਆਂ ਮਨਾਈਆਂ ਗਈਆਂ। ਇੱਕ ਦਿਨ ਸਤਿਗੁਰੂ ਜੀ 'ਤੇ ਠਹਿਰ ਕੇ ਫਿਰ ਮਹਾਰਾਜ ਅੰਮ੍ਰਿਤਸਰ ਦੀ ਧਰਤੀ 'ਤੇ ਆਉਂਦੇ ਹਨ ਤੇ ਸਿੱਖ ਸੰਗਤਾਂ ਖੁਸ਼ੀਆਂ ਮਨਾਉਂਦੀਆਂ ਹਨ। ਦੀਪਮਾਲਾ ਕੀਤੀ ਜਾਂਦੀ ਹੈ ਵੀ ਸਤਿਗੁਰੂ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕਰਕੇ ਮੇਰੇ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ 'ਤੇ ਆਏ ਹਨ। ਸਤ ਸੰਗਤ ਸਮਾਂ ਜਿਹੜਾ ਹੈ ਬਹੁਤੀ ਆਗਿਆ ਨਹੀਂ ਦਿੰਦਾ, ਇਤਿਹਾਸ ਬਹੁਤ ਲੰਮਾ ਚੌੜਾ ਹੈ, ਪਰ ਮੈਂ ਟੂਕ ਮਾਤਰ ਆਪ ਜੀ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਾਂ। ਅੰਮ੍ਰਿਤਸਰ ਦੀ ਧਰਤੀ 'ਤੇ ਸਤਿਗੁਰੂ ਜਦੋਂ ਪਹੁੰਚਦੇ ਹਨ, ਫਿਰ ਮਾਲਵੇ ਦੇ ਇਲਾਕੇ ਵੱਲ ਸਤਿਗੁਰੂ ਜੀ ਸਿੱਖ ਦਾ ਪ੍ਰਚਾਰ ਕਰਨ ਵਾਸਤੇ ਜਾਂਦੇ ਹਨ। ਮੈਂ ਕਹਿੰਦਾ ਸਤਿਗੁਰੂ ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਦੇਖੋ, ਜਿੱਥੇ ਵੀ ਸਤਿਗੁਰੂ ਨੂੰ ਕੋਈ ਯਾਦ ਕਰਦਾ ਹੈ, ਮਹਾਰਾਜ ਆਪਣੇ ਪਿਆਰੇ ਸਿੱਖਾਂ ਦੀ ਭਾਵਨਾ ਨੂੰ ਸਮਝਦਿਆਂ ਹੋਇਆਂ ਉਹਨਾਂ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ ਜਾਂਦੇ ਹਨ। ਮਾਲਵੇ ਦੇ ਇਲਾਕੇ ਵੱਲ ਰਹਿਣ ਵਾਲੇ ਭਾਈ ਸਾਧੂ ਤੇ ਭਾਈ ਰੂਪਾ ਜਿਹੜੇ ਖੇਤਾਂ ਦਾ ਕੰਮ ਕਰਦੇ ਨੇ, ਠੰਡਾ ਜਲ ਸ਼ੀਤਲ ਜਲ ਜਿਹੜਾ ਹੈ ਉਹ ਛਕਣ ਲੱਗਿਆ ਉਹਨਾਂ ਨੇ ਗੁਰੂ ਸਾਹਿਬ ਨੂੰ ਯਾਦ ਕੀਤਾ ਕਿ ਮਹਾਰਾਜ ਤੁਸੀਂ ਆ ਕੇ ਠੰਡਾ ਜਲ ਛਕੋ। ਸਤਿਗੁਰੂ ਜੀ ਉਹਨਾਂ ਦੀ ਭਾਵਨਾ ਨੂੰ ਸਮਝਦਿਆਂ ਹੋਇਆਂ ਉਹ ਠੰਡਾ ਜਲ ਆ ਕੇ ਛਕਦੇ ਹਨ। ਲਾਹੌਰ ਦੀ ਧਰਤੀ 'ਤੇ ਜਾਂਦੇ ਹਨ, ਜਹਾਂਗੀਰ ਸਤਿਗੁਰੂ ਨੂੰ ਯਾਦ ਕਰਦਾ ਹੈ। ਉੱਥੇ ਮਹਾਰਾਜ ਸਾਈਂ ਮੀਆਂ ਮੀਰ ਨੂੰ ਮਿਲਦੇ ਹਨ। ਉੱਥੋਂ ਵਾਪਸ ਸਤਿਗੁਰੂ ਦੀ ਅੰਮ੍ਰਿਤਸਰ ਦੀ ਧਰਤੀ 'ਤੇ ਆਉਂਦੇ ਹਨ।
ਜਹਾਂਗੀਰ ਜਿਹੜਾ ਹੈਗਾ ਸ਼੍ਰੀਨਗਰ ਜਾਂਦਾ ਹੈ ਤੇ ਕਸ਼ਮੀਰ ਦੀ ਧਰਤੀ ਵਿੱਚ ਰਹਿਣ ਵਾਲੀ ਮਾਈ ਭਾਗ ਭਰੀ ਸਤਿਗੁਰੂ ਨੂੰ ਯਾਦ ਕਰਦੇ, ਜਿਨ੍ਹਾਂ ਖੱਦਰ ਦਾ ਇੱਕ ਚੋਲਾ ਤਿਆਰ ਕੀਤਾ ਹੈ। ਸਤਿਗੁਰੂ ਮਹਾਰਾਜ ਉਸ ਮਾਈ ਦੀ ਭਾਵਨਾ ਸ਼ਰਧਾ ਨੂੰ ਵੇਖਦਿਆਂ ਹੋਇਆਂ ਸ਼੍ਰੀਨਗਰ ਦੀ ਧਰਤੀ ਤੇ ਜਾਂਦੇ ਹਨ। ਆਪ ਮੰਗ ਕੇ ਸਤਿਗੁਰੂ ਮਹਾਰਾਜ ਜੀ ਨੇ ਉਹ ਮਾਈ ਭਾਗ ਭਰੀ ਦਾ ਖੱਦਰ ਦਾ ਚੋਲਾ ਜਿਹੜਾ ਹੈ ਸਤਿਗੁਰੂ ਜੀ ਨੇ ਪਹਿਨਿਆ ਹੈ। ਇੱਥੇ ਕੀ ਸਾਧ ਸੰਗਤ, ਇੱਕ ਗੁਰਸਿੱਖ ਹੈ ਭਾਈ ਕੱਟੂ, ਜਿਹੜਾ ਕਾਫਲੇ ਦੇ ਨਾਲ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ ਸੀ। ਉਹਨੂੰ ਰਸਤੇ ਵਿੱਚ ਖੰਘ ਛਿੜ ਗਈ। ਇੱਕ ਪ੍ਰੇਮੀ ਜਿਹੜਾ ਹੈਗਾ ਸਤਿਗੁਰੂ ਵਾਸਤੇ ਘਰ ਦਾ ਕੱਢਿਆ ਹੋਇਆ ਸ਼ਹਿਦ ਲੈ ਕੇ ਜਾ ਰਿਹਾ ਹੈ। ਇਸ ਸਿੱਖ ਨੇ ਉਹ ਸ਼ਹਿਦ ਮੰਗ ਲਿਆ। ਜਦੋਂ ਸ਼ਹਿਦ ਮੰਗਿਆ, ਇਸ ਸਿੱਖ ਨੇ ਆਖਿਆ ਵੀ ਇਹ ਤੇਰੇ ਵਾਸਤੇ ਨਹੀਂ ਹੈ, ਇਹ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵਾਸਤੇ ਹੈ। ਜਦੋਂ ਇਹ ਸਿੱਖ ਸਤਿਗੁਰੂ ਨੂੰ ਕਹਿੰਦਾ, ਮਹਾਰਾਜ ਆਪਣੇ ਘਰ ਦਾ ਕੱਢਿਆ ਹੋਇਆ ਸ਼ਹਿਦ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਸ਼ਹਿਦ ਜਿਹੜਾ ਹੈ ਖਾਣ ਦੇ ਕਾਬਲ ਨਹੀਂ ਰਿਹਾ, ਇਹਦੇ ਵਿੱਚ ਬਦਬੂ ਆ ਰਹੀ ਹੈ, ਇਹਦੇ ਵਿੱਚ ਕੀੜੇ ਪੈ ਗਏ ਹਨ। ਆਖਣ ਲੱਗਾ, ਮਹਾਰਾਜ ਮੈਂ ਤਾਂ ਬੜੀ ਭਾਵਨਾ ਨਾਲ ਲੈ ਕੇ ਆਇਆ ਸੀ, ਪਰ ਸਤਿਗੁਰੂ ਕਹਿਣ ਲੱਗੇ ਜਦੋਂ ਅਸੀਂ ਮੰਗਿਆ ਸੀ, ਜਦੋਂ ਜ਼ਰੂਰਤ ਸੀ, ਉਦੋਂ ਤੂੰ ਦਿੱਤਾ ਨਹੀਂ। ਕਹਿਣ ਲੱਗਾ, ਮਹਾਰਾਜ ਮੈਨੂੰ ਸਮਝ ਨਹੀਂ ਆ ਰਹੀ। ਸਤਿਗੁਰੂ ਕਹਿਣ ਲੱਗੇ, ਭਾਈ ਕੱਟੂ ਦੇ ਰੂਪ ਦੇ ਵਿੱਚ ਮੈਂ ਤੇਰੇ ਕੋਲ ਸ਼ਹਿਦ ਮੰਗਿਆ ਸੀ, ਤੂੰ ਮੈਨੂੰ ਦਿੱਤਾ ਨਹੀਂ, ਇਸ ਲਈ ਸ਼ਹਿਦ ਜਿਹੜਾ ਕਿ ਹੁਣ ਖਰਾਬ ਹੋ ਗਿਆ ਕਿ ਖਾਣ ਦੇ ਕਾਬਲ ਨਹੀਂ ਰਿਹਾ। ਸਤਿਗੁਰੂ ਨੇ ਦੱਸਿਆ ਵੀ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ, ਗੁਰਸਿੱਖਾਂ ਅੰਦਰ ਸਤਿਗੁਰੂ ਆਪ ਵਰਤਦਾ ਹੈ। ਸਾਧ ਸੰਗਤ, ਕਸ਼ਮੀਰ ਦੇ ਵਿੱਚ ਸਤਿਗੁਰੂ ਮਹਾਰਾਜ 6 ਮਹੀਨੇ ਠਹਿਰੇ ਹਨ। ਅਣਗਿਣਤ ਗੁਰਸਿੱਖਾਂ ਦਾ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਪਾਰ ਉਤਾਰਾ ਕੀਤਾ। ਬੇਅੰਤ ਬਖਸ਼ਾਂ ਸਤਿਗੁਰੂ ਜੀ ਨੇ ਇੱਥੇ ਸਿੱਖਾਂ ਅੰਦਰ ਵੰਡੀਆਂ। ਇੱਥੋਂ ਮਹਾਰਾਜ ਗੁਜਰਾਤ ਦੀ ਧਰਤੀ ਤੇ ਜਾਂਦੇ ਹਨ। ਉੱਥੇ ਸ਼ਾਹਦੌਲਾ ਫਕੀਰ ਜਿਹੜਾ ਹੈ, ਉਹਦਾ ਇੱਕ ਚੇਲਾ ਸੀ ਜਿਹਦਾ ਨਾਮ ਜਹਾਂਗੀਰ ਹੈ। ਉਹ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹਦੇ ਮਨ ਵਿੱਚ ਇਹ ਆਇਆ ਕਿ ਜਿਹੜੇ ਫਕੀਰ ਲੋਕ ਨੇ ਉਹ ਵਿਆਹ ਸ਼ਾਦੀ ਨਹੀਂ ਕਰਦੇ, ਤੇ ਪਰ ਇਹ ਫਕੀਰ ਹੋ ਕੇ ਇਹਨਾਂ ਕੋਲ ਫੌਜਾਂ ਵੀ ਹਨ, ਇਹਨਾਂ ਨੇ ਵਿਆਹ ਵੀ ਕੀਤਾ ਹੈ, ਇਹਨਾਂ ਦਾ ਪਰਿਵਾਰ ਵੀ ਹੈ, ਕਿਉਂਕਿ ਸਤਿਗੁਰੂ ਜੀ ਦੇ 5 ਪੁੱਤਰ ਹਨ, ਇੱਕ ਉਹਨਾਂ ਦੀ ਬੱਚੀ ਹੈ। ਉਹਦੇ ਮਨ ਦਾ ਜਿਹੜਾ ਵਹਿਮ ਸੀ ਸਤਿਗੁਰੂ ਨੇ ਦੂਰ ਕੀਤਾ। ਉਸ ਵੇਲੇ ਸਤਿਗੁਰੂ ਮਹਾਰਾਜ ਇਹਨੂੰ ਕਹਿੰਦੇ ਨੇ, ਇਸਤਰੀ ਇਮਾਨ, ਦੌਲਤ ਗੁਜਰਾਨ ਅਤੇ ਪੁੱਤਰ ਨਿਸ਼ਾਨ। ਕਹਿਣ ਲੱਗੇ ਸਾਰੀਆਂ ਗੱਲਾਂ ਹੋਣੀਆਂ ਬਹੁਤ ਜ਼ਰੂਰੀ ਹਨ, ਬਹੁਤ ਲਾਜ਼ਮੀ ਹਨ। ਇਹ ਸ਼ਾਹਦੌਲਾ ਫਕੀਰ ਦੇ ਚੇਲੇ ਨੂੰ ਸਤਿਗੁਰੂ ਜੀ ਸਮਝਾਉਂਦੇ ਹਨ। ਇੱਥੋਂ ਸਾਧ ਸੰਗਤ ਸਤਿਗੁਰੂ ਮਹਾਰਾਜ ਅੰਮ੍ਰਿਤਸਰ ਦੀ ਧਰਤੀ 'ਤੇ ਆਉਂਦੇ ਹਨ। ਫਿਰ ਸਤਿਗੁਰੂ ਨੇ ਨਵਾਂ ਨਗਰ ਵਸਾਇਆ ਗੁਰਦਾਸਪੁਰ ਦੇ ਇਲਾਕੇ ਵਿੱਚ, ਸ਼੍ਰੀ ਹਰਗੋਬਿੰਦਪੁਰ। ਕਿਉਂਕਿ ਮਹਾਰਾਜ ਜੀ ਨੇ 4 ਜੰਗਾਂ ਲੜੀਆਂ ਹਨ। ਵੈਸੇ ਇਤਿਹਾਸਕਾਰਾਂ ਨੇ 5-6 ਦਾ ਵੀ ਜ਼ਿਕਰ ਕੀਤਾ ਹੈ। ਪਹਿਲੀ ਜੰਗ ਜਿਹੜੀ ਹੈ ਨਾ, ਸ਼੍ਰੀ ਹਰਗੋਬਿੰਦਪੁਰ ਦੀ ਹੈ, ਕਿਉਂਕਿ ਰੋਹੇਲਾ ਪਿੰਡ ਇੱਥੇ ਨਜ਼ਦੀਕ ਹੈ। ਇਹ ਚੰਦੂ ਦਾ ਪਿੰਡ ਸੀ। ਇੱਥੇ ਦਾ ਜਿਹੜਾ ਹਾਕਮ ਸੀ, ਜਦੋਂ ਸਤਿਗੁਰੂ ਨੂੰ ਵੇਖਦਾ ਵੀ ਨਵਾਂ ਨਗਰ ਵਸਾ ਰਹੇ ਨੇ, ਇਹ ਸਤਿਗੁਰੂ ਨਾਲ ਸਿੱਧੇ ਤੌਰ 'ਤੇ ਆ ਕੇ ਝਗੜਾ ਕਰਦਾ ਹੈ। ਪਰ ਹੋਇਆ ਕਿ ਸਿੱਖਾਂ ਨੇ ਇਸ ਹਾਕਮ ਨੂੰ ਮਾਰ ਮੁਕਾਇਆ। ਇਹਦਾ ਪੁੱਤਰ ਸੀ ਰਤਨ ਚੰਦ, ਜਿਨੇ ਕਰਮਚੰਦ ਚੰਦੂ ਦੇ ਪੁੱਤਰ ਨੂੰ ਮਿਲ ਕੇ ਜਲੰਧਰ ਆ ਕੇ ਹਾਕਮ ਨਾਲ ਗੱਲ ਕੀਤੀ। ਉਹਨੇ 4000 ਫੌਜ ਭੇਜੀ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨਾਲ ਟਾਕਰਾ ਕਰਨ ਵਾਸਤੇ। ਤੇ ਸਾਧ ਸੰਗਤ, ਇੱਥੇ ਬੜਾ ਘਮਸਾਨ ਦਾ ਯੁੱਧ ਹੋਇਆ। ਇਸ ਪਹਿਲੀ ਜੰਗ ਦੇ ਵਿੱਚ ਜੋ 11 ਭੱਟ ਹਨ, ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਦਰਜ ਹੈ। ਉਹਨਾਂ ਵਿੱਚ 2 ਭੱਟ, ਭੱਟ ਮੱਥਰਾ ਤੇ ਭੱਟ ਕੀਰਤ, ਇਹ ਦੋਨੇ ਹੀ ਭੱਟਾਂ ਨੇ ਇੱਥੇ ਲੜਦਿਆਂ ਹੋਇਆਂ ਸ਼ਹੀਦੀਆਂ ਪਾਈਆਂ ਹਨ। ਜਿੱਥੇ ਗੁਰਸਿੱਖਾਂ ਨੇ ਸ਼ਹੀਦੀਆਂ ਪਾਈਆਂ, 4000 ਫੌਜ ਨਾਲ ਮੁਕਾਬਲਾ ਕੀਤਾ, ਉੱਥੇ ਉਹ ਮਹਾਨ ਗੁਰਸਿੱਖ ਭੱਟ ਸਾਹਿਬਾਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਹ ਦੋਨੇ ਭੱਟ ਜਿਹੜੇ ਨੇ ਸਾਧ ਸੰਗਤ ਸ਼ਹੀਦੀਆਂ ਇੱਥੇ ਇਹਨਾਂ ਦੀਆਂ ਪਈਆਂ, ਜਿਨ੍ਹਾਂ ਨੇ ਲੜਦਿਆਂ ਹੋਇਆਂ ਸ਼ਹੀਦੀਆਂ ਪਾਈਆਂ। ਕਹਿਣ ਤੋਂ ਭਾਵ ਇਹ ਹੈ ਵੀ ਜਿੱਥੇ ਉਹ ਗੁਰਬਾਣੀ ਦੇ ਰਸੀਏ ਸਨ,
ਉੱਥੇ ਮਹਾਨ ਗੁਰਸਿੱਖ ਪਿਆਰੇ ਮੈਦਾਨੇ ਜੰਗ ਵਿੱਚ ਲੜਦਿਆਂ ਹੋਈਆਂ ਉਹਨਾਂ ਨੇ ਕੁਰਬਾਨੀਆਂ ਵੀ ਦਿੱਤੀਆਂ। ਦੂਸਰੀ ਜੰਗ ਅੰਮ੍ਰਿਤਸਰ ਦੀ ਧਰਤੀ 'ਤੇ ਹੁੰਦੀ ਹੈ। ਤੀਸਰੀ ਜੰਗ ਜਿਹੜੀ ਹੈ ਜਦੋਂ ਵਿਧੀ ਚੰਦ ਘੋੜੇ ਲੈ ਕੇ ਆਉਂਦਾ ਹੈ ਉਦੋਂ ਜੰਗ ਹੁੰਦੀ ਹੈ। ਚੌਥੀ ਜੰਗ ਜਿਹੜੀ ਹੈ ਕਰਤਾਰਪੁਰ ਸਾਹਿਬ ਜਲੰਧਰ ਦੇ ਕੋਲ, ਅਤੇ ਪੰਜਵੀਂ ਜੰਗ ਜਿਹੜੀ ਹੈ ਉਹ ਫਗਵਾੜੇ ਪਲਾਹੀ ਦੇ ਨਜ਼ਦੀਕ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਉੱਥੇ 5 ਜੰਗਾਂ ਹੋਈਆਂ ਹਨ। ਸਤਿਗੁਰੂ ਮਹਾਰਾਜ ਜੀ ਨੇ 5 ਹੀ ਜੰਗਾਂ ਵਿੱਚ ਸਤਿਗੁਰੂ ਜੀ ਦੀ ਜਿੱਤ ਪ੍ਰਾਪਤ ਹੋਈ ਹੈ। ਅਣਗਿਣਤ ਗੁਰਸਿੱਖ ਜਿਹੜੇ ਨੇ ਗੁਰੂ ਸਾਹਿਬ ਜੀ ਦੇ ਅਨੰਨ ਸੇਵਕ ਬਣੇ ਹਨ। ਇੱਕ ਸਿੱਖ ਐਸਾ ਹੈ ਜਿਹਦਾ ਨਾਮ ਭਾਈ ਝੰਡਾ ਆਇਆ ਹੈ ਇਤਿਹਾਸ ਅੰਦਰ। ਭਾਈ ਝੰਡਾ ਗੁਰੂ ਦਾ ਹਰ ਹੁਕਮ ਜਿਹੜਾ ਹੈ ਸਿਰ ਮੱਥੇ ਮੰਨਦਾ ਹੈ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਦੇ ਨਾਲ ਸੈਰ ਕਰਦਿਆਂ ਜਾ ਰਿਹਾ ਸੀ। ਮਹਾਰਾਜ ਨੇ ਆਖਿਆ ਝੰਡਿਆ ਤੇ ਖਲੋ ਜਾ। ਆਪ ਜੀ ਦੂਸਰੇ ਪਾਸਿਓਂ ਵਾਪਸ ਆ ਗਏ। ਭਾਈ ਝੰਡਾ 3 ਦਿਨ ਉੱਥੇ ਹੀ ਖਲੋਤਾ ਰਿਹਾ। ਪਰ ਸਤਿਗੁਰੂ ਨੂੰ ਜਦੋਂ ਪਤਾ ਲੱਗਿਆ ਵੀ ਭਾਈ ਝੰਡਾ ਜਿਹੜਾ ਹੈਗਾ ਸੰਗਤ ਵਿੱਚ ਨਹੀਂ ਆਉਂਦਾ, ਅਤੇ ਜਿੱਥੇ ਸਤਿਗੁਰੂ ਜੀ ਨੂੰ ਖੜਾ ਕਰਕੇ ਆਏ ਸੀ ਨਾ ਉੱਥੇ ਕਿ 3 ਦਿਨ ਖਲੋਤਾ ਰਿਹਾ। ਮਹਾਰਾਜ ਨੇ ਭਾਈ ਝੰਡੇ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ। ਸਤਿਗੁਰੂ ਕਹਿਣ ਲੱਗੇ ਝੰਡਿਆ ਤੇਰੀ ਇਤਨੀ ਭਾਵਨਾ। ਕਹਿਣ ਲੱਗਾ ਤੁਸੀਂ ਹੁਕਮ ਕੀਤਾ ਸੀ, ਮੈਂ ਇੱਥੇ ਕੀ ਖਲੋਤਾ ਰਿਹਾ। ਮਹਾਰਾਜ ਨੇ ਆਖਿਆ ਤੂੰ ਹੁਕਮ ਦੇ ਇਤਨਾ ਆਗਿਆਕਾਰੀ ਹੈ। ਅਤੇ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਤੇਰੇ ਝੰਡੇ ਜਿਹੜੇ ਹਨ ਸਦਾ ਵਾਸਤੇ ਕੀ ਝੂਲਦੇ ਰਹਿਣਗੇ। ਉਸ ਨੂੰ ਮਹਾਰਾਜ ਜੀ ਨੇ ਪ੍ਰਚਾਰਕ ਦੀ ਸੇਵਾ ਜਿਹੜੀ ਹੈ ਉਹ ਸੌਂਪੀ। ਉਹ ਭਾਈ ਝੰਡਾ ਜਿਹੜਾ ਹੈ ਸਿੱਖੀ ਦਾ ਪ੍ਰਚਾਰ ਕਰਦਾ ਹੈ। ਭਾਈ ਚੂੜ ਹੋਇਆ ਹੈ ਜਿਹੜਾ ਗੁਰੂ ਦਾ ਅਨੰਨ ਸੇਵਕ ਸੀ, ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ ਸੀ। ਭਾਈ ਚੂੜ ਜਿਹੜਾ ਹੈ ਇੱਕ ਦਿਨ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਪਤਾ ਲੱਗਿਆ ਸਤਿਗੁਰੂ ਜੀ ਕਿਤੇ ਜਾ ਰਹੇ ਹਨ। ਦੂਰ ਤੱਕ ਸਤਿਗੁਰੂ ਨੂੰ ਵੇਖਦਾ ਰਿਹਾ ਕਿ ਮਹਾਰਾਜ ਦੇ ਘੋੜੇ 'ਤੇ ਸਵਾਰ ਹਨ। ਦੌੜਦਾ ਰਿਹਾ ਅਖੀਰ ਸਤਿਗੁਰੂ ਜਦੋਂ ਅਲੋਪ ਹੋ ਗਏ। ਇਹ ਭਾਈ ਚੂੜ ਜਿਹੜਾ ਹੈ ਬੇਹੋਸ਼ ਹੋ ਗਿਆ। ਸਤਿਗੁਰੂ ਮਹਾਰਾਜ ਭਾਈ ਚੂੜ ਨੂੰ ਆ ਕਰਕੇ ਉਠਾਉਂਦੇ ਹਨ, ਆਪਣੇ ਗਲਵਕੜੀ ਵਿੱਚ ਲੈ ਲੈਂਦੇ ਹਨ। ਇੱਥੇ ਤਾਂ ਮੁਸਲਮਾਨ ਖਵਾਜਾ ਵਰਗੇ ਵੀ ਸਤਿਗੁਰੂ ਜੀ ਦੇ ਸਿੱਖ ਬਣੇ ਹਨ। ਸੈਯਦ ਜਾਨੀ ਜਿਹੜਾ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ, ਉਹ ਵੀ ਸਤਿਗੁਰੂ ਦਾ ਸਿੱਖ ਬਣਿਆ ਹੈ। ਇਸ ਲਈ ਮੇਰੇ ਪਾਤਸ਼ਾਹ ਜੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿੱਥੇ ਬਹੁਤ ਵੱਡੇ ਸੂਰਮੇ ਯੋਧੇ ਹਨ, ਉੱਥੇ ਸਤਿਗੁਰੂ ਜੀ ਪਰਉਪਕਾਰੀ ਹਨ। ਬੇਅੰਤ ਗੁਣ ਹਨ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ, ਜੋ ਵਰਣਨ ਨਹੀਂ ਕੀਤੇ ਜਾ ਸਕਦੇ। ਮੈਂ ਟੂਕ ਮਾਤਰ ਕੁਝ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਹਨ। ਸਮਾਂ ਜਿਹੜਾ ਹੈਗਾ ਉਹ ਸਮਾਪਤੀ ਦਾ ਹੋ ਗਿਆ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਆਪ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਜੀਵਨ ਪੜ੍ਹੀਏ, ਵਿਚਾਰੀਏ, ਸਮਝੀਏ, ਅਤੇ ਫਿਰ ਗੁਰੂ ਦੀਆਂ ਬਖਸ਼ਾਂ ਜਿਹੜੀਆਂ ਸਾਡੀ ਝੋਲੀ 'ਚ ਪੈ ਸਕਦੀਆਂ ਹਨ। ਮੈਂ ਧੰਨਵਾਦ ਕਰਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਆਪਣੇ ਦਾਸਰਿਆਂ ਪਾਸੋਂ ਇਹ ਸੇਵਾ ਲਈ ਹੈ। ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਦਾ ਧੰਨਵਾਦ, ਜਿਨ੍ਹਾਂ ਨੇ ਦਾਸ ਨੂੰ ਹੁਕਮ ਕੀਤਾ ਵੀ ਤੁਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜੀਵਨ ਵਿੱਚ ਵਿਚਾਰਾਂ ਸੰਗਤਾਂ ਨੂੰ ਸਰਵਣ ਕਰਾਉਣੀਆਂ ਹਨ। ਮਹਾਰਾਜ ਜੀ ਦਾ ਜੀਵਨ ਜੋ ਸਾਡੇ ਵਾਸਤੇ ਬਹੁਤ ਵੱਡਾ ਚਾਨਣ ਮੁਨਾਰਾ ਹੈ। ਸਤਿਗੁਰੂ ਦੇ ਜੀਵਨ ਵਿੱਚ ਵਿਚਾਰਾਂ ਕਰਦਿਆਂ ਹੋਇਆਂ ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹਨ, ਬਖਸ਼ ਲੈਣਾ। ਸਾਰੀ ਸੰਗਤ ਨੂੰ ਬੇਨਤੀ ਹੈ ਇੱਕ ਪੰਕਤੀ ਸਾਰੇ ਮਿਲ ਕੇ ਪੜ੍ਹੋ, ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਮਹਾਰਾਜ ਪੂਰੇ ਵੈਦ ਹਨ, ਪੂਰੇ ਹਕੀਮ ਹਨ। ਜਿਹੜਾ ਸਤਿਗੁਰੂ ਪੂਰੇ ਵੈਦ ਕੋਲ ਆ ਜਾਏਗਾ ਕਿ ਸਤਿਗੁਰੂ ਐਸਾ ਹੈ ਜੋ ਜਨਮਾਂ ਜਨਮਾਂ ਦੀ ਫਾਈ ਜਿਹੜੀ ਹੈ ਕੱਟ ਦੇਵੇਗਾ। ਅਤੇ ਸਾਰੇ ਮਿਲ ਕੇ 2 ਮਿੰਟ ਵਾਸਤੇ ਇਹ ਪੰਕਤੀਆਂ ਪੜ੍ਹ ਲਓ। ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ, ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋ। ਹਰ ਹਰ ਨਾਮ ਓਖਦ ਮੁਖ ਦੇਵੈ, ਹਰ ਹਰ ਨਾਮ ਓਖਦ ਮੁਖ ਦੇਵੈ, ਹਰ ਹਰ
काटै जम की फंदा मेरा वैद गुरु गोविंदा। काटै जम की मेरा वैद गुरु गोविंदा, मेरा वैद गुरु गोविंदा, मेरा वैद गुरु। बस मेरे सतगुरु धन गुरु हरगोबिंद पातशाह जी महाराज जिन्हां दा अज आगमन गुरपुरब है, सारियां संगतां नूं लख लख वधाइयां। भावें श्रोमणी कमेटी वालों अज मनाया जा रहा है गुरु साहब जी का आगमन गुरपुरब, पर बहुत सारे ऐसे गुरसिख भी हैं जो कि 5 जुलाई को यह आगमन गुरपुरब मनाउणगे, क्योंकि जो नानकशाही कैलेंडर जिसनूं रद्द कर दिता गया सी उस मुताबिक 5 जुलाई को यह गुरपुरब जिहड़ा है पक्का कर दिता गया सी। पर सतगुरु की कृपा करे, सतगुरु की बख्शिश करे, वो जिहड़ा नानकशाही कैलेंडर पूरे वाले बड़ी मेहनत नाल ये तैयार किया सी कैलेंडर, मुड़ वापस असी जागीए सुचेत होइए, उस मुताबिक आप गुरपुरब मनाइए तो गुरु दियां बख्शां जिहड़ियां साडी झोली 'च पैन। होइयां भुल्लां चुकां दी खिमा। सारी संगत फतेह गजाऊ जी। वाहिगुरू जी का खालसा। आओ प्यार नाल सारे आनंद साहब जी का पाठ करिए जी। राम कली महला तीजा। आनंद इको ओंकार सतगुरु प्रसाद आनंद पिया मेरी मांगे, सतगुरु मैं पाया सतगुरु ता। राग रतन परवार परियां शब्द गावण आईयां, शब्दो ता गावो कह नानक आनंद हुआ सतगुरु में पाया। हर नाल रहो तू मन मेरे, दुख सब विसारना अंगी। सबना गल्लां समरथ स्वामी, सो क्यों मनो विसारे कह गए। साचे साहिबा क्या नहीं करते रह करता, सदा सिफत सलाहा तेरी नाम मन वसावे। नाम जिनके कह गए नानक सच्चे साहिब क्या नहीं करते रह, साचा नाम मेरा आधारो। साच कर शांत सुख मन आई वसिया, जिन इच्छा सब पुजाइयां सदा कुर्बान। कह गए नानक सुनो संतो शब्द तरो प्यारो, साचा नाम मेरा आधारो वाजे पंच। पंच दूत तुद वस कीते, काल कंटक मारया तुर करम। कह गए नानक तन सुख होवा, तित कर अनगद वाजे आनंद सुनो। पार ब्रह्म प्रभु पाया, उतरे सगल विसूरे दुख रोग। संत साजन पे सरसे पूरे, गुरते जानी सुनते। बिनवंत नानक गुर चरण लागे, वाजे अनगद तूरे। सुनते पुनीत क्या कहते, पवित्र सत गुरु रे। बिनवंत नानक गुर चरण लागे, वाजे अनगद तू।